श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यागो हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु ते प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए दोहरा तात मोह तृण सेत ज्यों तृष्णा लहर प्रवाहे एक है बार बहाए सो रहा न कश मन माहे जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर जुड़ मिल बैठे अत सत्कार जुग सत्संगी जनों सतगुरुआं जी की अपार रहमत हुई है जो रोजाना असीं अपनी रोजमर्रा की जिंदगी दे विचों कुछ समा कढ़ के सतगुरां जी की पावन पवित्र हजूरी अंदर बैठ के जिथे सतगुरां जी की अमृतमयी बाणी का रस पिन्ना कीर्तन सरवण करते हाँ उस दे नाल धन गुरु नानक साहिब जी महाराज जी के जीवन के इतिहास की जो कथा विचार है उस दे नाल भी सांझ पाउण दा यतन करते हैं। आओ अज दे इस प्रसंग की आरंभता करन तो पहला कुछ कु पंछी झात पिछले दीवाना के अंदर मार लईए तां जो इस लड़ी नूं समझण दे विच सानूं सोख महसूस हो सके। आओ विचार आरंभ करन तो पहला गुरु घर की मर्यादा नूं मुख रखते हुए फतेह प्रवान करो। आखो जी वाहिगुरू जी का खालसा वाहिगुरू जी की फतेह। ये जो असीं प्रसंग श्रवण करते आ रहे हैं श्री गुरु नानक प्रकाश के पूर्वराध अध्याय का 17वां प्रसंग जिस दे विच धन गुरु नानक साहिब जी महाराज भाई बाला जी के समेत तलवंडी की धरती तो चल के सुल्तानपुर की धरती के उत्ते पहुँचते हैं। भाई जयराम जी अते बेबे नानकी जी के नाल विचार चर्चा करन दे उपरंत
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮਨ ਦੇ ਵਿੱਚ ਇਹ ਵਿਚਾਰ ਬਣਾਉਂਦੇ ਨੇ ਵੀ ਕੋਈ ਹੱਥ ਦੇ ਨਾਲ ਕਿਰਤ ਕੀਤੀ ਜਾਵੇ, ਕੋਈ ਕੰਮ ਕਾਜ ਆਰੰਭ ਕੀਤਾ ਜਾਵੇ, ਦਸਾਂ ਨੋਹਾਂ ਦੀ ਕਿਰਤ ਕੀਤੀ ਜਾਵੇ। ਤਾਂ ਜਦੋਂ ਭਾਈ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ ਤਾਂ ਭਾਈ ਜੈ ਰਾਮ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਖਦੇ ਨੇ ਵੀ ਭਾਈ ਜੇਕਰ ਤੁਸੀਂ ਆਪਣਾ ਮਨ ਬਣਾ ਲਿਆ ਹੈ ਵੀ ਤੁਸੀਂ ਕੰਮਕਾਰ ਕਰਨਾ ਚਾਹੁੰਦੇ ਹੋ ਤਾਂ ਇਸ ਸੁਲਤਾਨਪੁਰ ਦੀ ਧਰਤੀ ਦਾ ਨਵਾਬ ਦੌਲਤ ਖਾਂ ਲੋਧੀ, ਅਸੀਂ ਉਸ ਦੇ ਕੋਲ ਚੱਲਦੇ ਹਾਂ। ਉਸ ਨੂੰ ਇੱਕ ਮੋਦੀ ਦੀ ਵੀ ਜ਼ਰੂਰਤ ਹੈ ਤੇ ਅਸੀਂ ਉਸ ਦੇ ਕੋਲ ਜਾ ਕੇ ਸਾਰੀ ਗੱਲਬਾਤ ਉਹਨੂੰ ਸਮਝਾਵਾਂਗੇ ਤੇ ਆਪ ਜੀ ਉਸ ਮੋਦੀ ਖਾਨੇ ਦੇ ਵਿੱਚ ਕਾਰ ਆਰੰਭ ਕਰ ਦੇਣਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਭਾਈ ਬਾਲਾ ਜੀ, ਭਾਈ ਜੈ ਰਾਮ ਜੀ ਦੌਲਤ ਖਾਂ ਲੋਧੀ ਦੇ ਕੋਲ ਪਹੁੰਚਦੇ ਨੇ ਤੇ ਜਾ ਕੇ ਸਾਰੀ ਗੱਲਬਾਤ ਦੌਲਤ ਖਾਂ ਲੋਧੀ ਨੂੰ ਦੱਸਣਾ ਕਰਦੇ ਨੇ। ਦੌਲਤ ਖਾਂ ਲੋਧੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਭੇਟਾ ਦੇ ਰੂਪ ਦੇ ਵਿੱਚ ਪੋਸ਼ਾਕ ਭੇਟ ਕਰਦਾ ਹੈ। ਨਾਲ ਹੀ ਨਾਲ 1000 ਰੁਪਏ ਜੋ ਉਸ ਸਮੇਂ ਦੀ ਰਾਸ਼ੀ ਸੀ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੌਂਪਦੇ ਨੇ ਕਿ ਵੀ ਤੁਸੀਂ ਕੰਮ ਆਰੰਭ ਕਰ ਸਕਦੇ ਹੋ। ਪਿਛਲੇ ਦੀਵਾਨਾਂ ਦੇ ਵਿੱਚ ਹੀ ਅਸੀਂ ਇਹ ਵਿਚਾਰਾ ਸਰਵਣ ਕਰ ਚੁੱਕੇ ਹਾਂ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੰਮ ਕਾਜ ਆਰੰਭ ਕਰਦੇ ਨੇ ਤਾਂ ਉਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੋਦੀ ਖਾਨੇ ਦੇ ਵਿੱਚ ਦੂਰ ਦਰਾਡੇ ਤੋਂ ਮੰਗਤੇ ਭਿਖਾਰੀ ਵੀ ਚੱਲ ਕੇ ਆਉਂਦੇ ਨੇ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਕਿਰਤ ਕਰਦੇ ਨੇ ਉੱਥੇ ਲੋੜਵੰਦਾਂ ਦੀ ਮਦਦ ਵੀ ਕਰਦੇ ਨੇ। ਜੇਕਰ ਕੋਈ ਪੇਟ ਤੋਂ ਭੁੱਖਾ ਵੀ ਆ ਜਾਵੇ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਨੂੰ ਪ੍ਰਸ਼ਾਦਾ ਪਾਣੀ ਵੀ ਛਕਾ ਦਿੰਦੇ ਨੇ। ਜੇਕਰ ਕਿਸੇ ਦੇ ਤਨ ਦੇ ਉੱਤੇ ਪਹਿਨਣ ਦੇ ਲਈ ਕੱਪੜਾ ਨਹੀਂ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨੂੰ ਵਸਤਰ ਵੀ ਮੁਹੱਈਆ ਕਰਵਾਉਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਜਸ, ਇਹ ਵਡਿਆਈਆਂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਣ ਲੱਗੀਆਂ। ਤਲਵੰਡੀ ਦੀ ਧਰਤੀ ਤੱਕ ਵੀ ਇਹ ਵਿਚਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਪਹੁੰਚ ਗਈ ਹੈ। ਜਿਹੜੇ ਤਲਵੰਡੀ ਨਗਰ ਦੇ ਮੰਗਤੇ ਨੇ ਉਹ ਵੀ ਚੱਲ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਮੋਦੀ ਖਾਨੇ ਦੇ ਵਿੱਚ ਪਹੁੰਚਦੇ ਨੇ ਤੇ ਆਪਣੀਆਂ ਲੋੜਾਂ ਦੇ ਅਨੁਸਾਰ ਜੋ ਵੀ ਜਿਸ ਦੀ ਜ਼ਰੂਰਤ ਹੈ ਉਸ ਜ਼ਰੂਰਤ ਦੇ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਆਪਣੀ ਜ਼ਰੂਰਤ ਦੀਆਂ ਵਸਤੂਆਂ ਲੈ ਕੇ ਤਲਵੰਡੀ ਦੇ ਧਰਤੀ ਉੱਤੇ ਵਾਪਸ ਪਹੁੰਚਦੇ ਨੇ ਤੇ ਉਸ ਧਰਤੀ ਦੇ ਉੱਤੇ ਜਾ ਕੇ ਰਾਏ ਬੁਲਾਰ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਦੱਸਦੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਦੀ ਧਰਤੀ ਉੱਤੇ ਬਹੁਤ ਸੋਹਣਾ ਕਾਰਜ ਕਰ ਰਹੇ ਨੇ। ਜਿੱਥੇ ਮੋਦੀ ਖਾਨਾ ਸੰਭਾਲਦੇ ਨੇ ਉੱਥੇ ਲੋੜਵੰਦਾਂ ਦੀ ਵੀ ਮਦਦ ਕਰਦੇ ਨੇ, ਦੁਖੀਆਂ ਦਾ ਦੁੱਖ ਦੂਰ ਕਰਦੇ ਨੇ। ਜਿੱਥੇ ਜਨਮ ਮਰਨ ਦੀ ਮੁਕਤੀ ਪ੍ਰਦਾਨ ਕਰਦੇ ਨੇ ਉੱਥੇ ਜਿਨ੍ਹਾਂ ਦੇ ਕੋਲ ਤਨ ਦੇ ਉੱਤੇ ਪਹਿਨਣ ਦੇ ਲਈ ਕੱਪੜਾ ਨਹੀਂ ਉਹਨਾਂ ਨੂੰ ਵਸਤਰ ਵੀ ਲੈ ਕੇ ਦਿੰਦੇ ਨੇ। ਰਾਏ ਬੁਲਾਰ ਜੀ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਸੁਣੀ ਨਾ ਤਾਂ ਰਾਏ ਬੁਲਾਰ ਜੀ ਨੇ ਜਿੱਥੇ ਮਨ ਦੇ ਵਿੱਚ ਬੈਰਾਗ ਪੈਦਾ ਹੋ ਗਿਆ ਉੱਥੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਤਾਂਘ ਵੀ ਵੱਧ ਗਈ। ਵੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਨੂੰ ਮਨ ਬਹੁਤ ਲੋਚਦਾ ਹੈ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਵਡਿਆਈ ਮਹਿਤਾ ਕਾਲੂ ਜੀ ਤੱਕ ਵੀ ਪਹੁੰਚਦੀ ਹੈ। ਮਹਿਤਾ ਕਾਲੂ ਜੀ ਨੇ ਜਦੋਂ ਆਪਣੇ ਪੁੱਤਰ ਦੀ ਵਡਿਆਈ ਹੁੰਦੀ ਸੁਣੀ ਤਾਂ ਮਨ ਦੇ ਵਿੱਚ ਆਪਣੇ ਆਪ ਨੂੰ ਰੋਕ ਨਹੀਂ ਸਕੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਨੂੰ ਮਿਲਣ ਦੇ ਵਾਸਤੇ ਤਲਵੰਡੀ ਦੀ ਧਰਤੀ ਦੇ ਉੱਤੋਂ ਚਾਲੇ ਪਾ ਕੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਤੇ ਜਾ ਕੇ ਦੇਖਦੇ ਨੇ ਵੀ ਮੇਰਾ ਪੁੱਤਰ ਬਹੁਤ ਸੋਹਣੇ ਤਰੀਕੇ ਦੇ ਨਾਲ ਕਾਰ ਵਿਹਾਰ ਕਰਦੇ, ਆਪਸ ਦੇ ਵਿੱਚ ਇੱਕ ਦੂਜੇ ਦੀ ਸੁੱਖ ਸਾਂਦ ਪੁੱਛਦੇ ਨੇ। 2 ਘੜੀਆਂ ਦਾ ਸਮਾਂ ਬੀਤ ਜਾਂਦਾ, ਵਿਚਾਰ ਚਰਚਾ ਹੁੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਫਿਰ ਮਹਿਤਾ ਕਾਲੂ ਜੀ ਪੁੱਛਦੇ ਨੇ ਵੀ ਤੁਸੀਂ ਕੀ ਕੁਝ ਕਮਾਇਆ ਹੈ, ਕੀ ਕਮਾਈ ਤੁਸੀਂ ਕੀਤੀ ਹੈ, ਕਿੰਨਾ ਕੁ ਧਨ ਜੋੜ ਲਿਆ ਹੈ, ਸਾਨੂੰ ਉਸ ਦੇ ਬਾਬਤ ਵੀ ਦੱਸਣਾ ਕਰੋ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਸਵਾਲ ਦਾ ਜਵਾਬ ਦਿੰਦੇ ਨੇ ਤੇ ਆਖਦੇ ਨੇ ਕਿ ਪਿਤਾ ਜੀ ਧਨ ਕਮਾਇਆ ਤਾਂ ਹੈ, ਜਿੰਨਾ ਕੁ ਧਨ ਅਸੀਂ ਕਮਾਉਂਦੇ ਹਾਂ, ਜਿੰਨੀ ਕੁ ਸਾਡੀ ਆਮਦਨ ਹੈ ਉਨਾ ਕੁ ਹੀ ਸਾਡਾ ਖਰਚ ਨਿਕਲ ਆਉਂਦਾ ਹੈ, ਭਾਵ ਸਾਰਾ ਕੁਝ ਬਰਾਬਰ ਹੀ ਚੱਲ ਰਿਹਾ ਹੈ। ਇਹ ਸਾਰੀ ਵਿਚਾਰ ਜਦੋਂ ਮਹਿਤਾ ਕਾਲੂ ਜੀ ਸੁਣਦੇ ਨੇ ਤਾਂ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਆਪਣੇ ਪੁੱਤਰ ਦੇ ਪ੍ਰਤੀ ਥੋੜਾ ਗੁੱਸਾ ਆਉਂਦਾ ਹੈ। ਇੱਥੋਂ ਤੱਕ ਵਿਚਾਰਾਂ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਏ ਆਪਣੀ ਰਸਨਾ ਤੋਂ ਉਚਾਰਨ ਕਰੋ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਤਾਤ ਮੋਹ ਤ੍ਰਿਣ ਸੇਤ ਜਿਉ ਤ੍ਰਿਸ਼ਨਾ ਲਹਿਰ ਪ੍ਰਵਾਹੇ, ਏਕ ਹੈ ਬਾਰ ਬਹਾਏ ਸੋ ਰਹਾ ਨ ਕਛ ਮਨ ਮਾਹੇ। ਜਿਵੇਂ ਮਹਿਤਾ ਕਾਲੂ ਜੀ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਆ ਕੇ ਆਪਣੇ ਪੁੱਤਰ ਨੂੰ ਬੜੀ ਦੇਰ ਬਾਅਦ ਮਿਲਣ ਤੋਂ ਬਾਅਦ ਮਨ ਦੇ ਵਿੱਚ ਜਿੱਥੇ ਪੁੱਤਰ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ ਨਾ, ਅਨੇਕਾਂ ਤਰੀਕਿਆਂ ਦੇ ਨਾਲ ਲਾਡ ਪਿਆਰ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਸਤਕ ਦੇ ਉੱਤੇ ਹੱਥ ਵੀ ਫੇਰਦੇ ਨੇ ਪਿਆਰ ਦੇ ਨਾਲ ਤੇ ਪ੍ਰੇਮ ਕਰਦੇ ਨੇ, ਆਪਣੀ ਗਲਵੱਕੜੀ ਦੇ ਵਿੱਚ ਵੀ ਲੈਂਦੇ ਨੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਹਿਸਾਬ ਕਿਤਾਬ ਪੁੱਛਿਆ ਵੀ ਸਾਨੂੰ ਦੱਸੋ ਵੀ ਕਿੰਨੀ ਕੁ ਆਮਦਨ ਤੁਹਾਡੀ ਹੈ, ਕਿੰਨੇ ਕੁ ਤੁਸੀਂ ਪੈਸੇ ਹੁਣ ਤੱਕ ਜੋੜਦੇ ਨੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਕਿ ਪਿਤਾ ਜੀ ਆਮਦਨ ਤੇ ਖਰਚ ਬਰਾਬਰ ਜਿਹਾ ਹੈ, ਤੇ ਹੁਣ ਇੱਥੇ ਕਵੀ ਜੀ ਲਿਖਦੇ ਨੇ ਤਾਤ ਮੋਹ ਤ੍ਰਿਣ ਸੇਤ ਜਿਉ। ਕਹਿੰਦੇ ਜਿਹੜੇ ਪੁੱਤਰ ਦੀ ਪ੍ਰਤੀ ਪਿਆਰ ਸੀ ਨਾ, ਜਿਹੜਾ ਪੁੱਤਰ ਦੇ ਨਾਲ ਮੋਹ ਸੀ ਮਹਿਤਾ ਕਾਲੂ ਜੀ ਦਾ, ਕਹਿੰਦੇ ਉਹ ਇਸ ਤਰ੍ਹਾਂ ਵਹਿ ਤੁਰਿਆ ਜਿਵੇਂ ਪਾਣੀ ਦੀਆਂ ਲਹਿਰਾਂ ਆਉਂਦੀਆਂ ਨੇ, ਪਾਣੀ ਦੀਆਂ ਛੱਲਾਂ ਆਉਂਦੀਆਂ ਨੇ, ਤੇ ਉਹ ਆਪਣੇ ਨਾਲ ਤੇਜ਼ ਗਤੀ ਦੇ ਨਾਲ ਸਾਰਾ ਕੁਝ ਹੀ ਰੋੜ ਕੇ ਲੈ ਜਾਂਦੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਵਾਬ ਸੁਣ ਕੇ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਲਹਿਰ ਇਸ ਤਰ੍ਹਾਂ ਆਈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਜਿਹੜਾ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਪਿਆਰ ਸੀ, ਉਹ ਸਾਰਾ ਇਹਦਾ ਸਾਰਾ ਰੋੜ ਕੇ ਲੈ ਗਈ। ਇੱਕੋ ਝਟਕੇ ਦੇ ਨਾਲ ਸਾਰਾ ਪ੍ਰੇਮ ਪਿਆਰ ਜਿਹੜਾ ਸੀ ਉਹ ਪਿੱਛੇ ਹੋ ਗਿਆ। ਏਕੇ ਬਾਰ ਬਹਾਏ ਸੋ ਰਹਾ ਨ ਕਛ ਮਨ ਮਾਹੇ। ਤੇ ਹੁਣ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਕਹਿੰਦੇ ਪ੍ਰੇਮ ਕੁਝ ਵੀ ਨਹੀਂ ਬਚਿਆ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਜਵਾਬ ਸੁਣਿਆ, ਸਵਿਆ ਸੁਨ ਸ੍ਰੋਡਨ ਮੈਂ ਮਨ ਰੋਸ ਕਨੋ ਮੁਖ ਬੈਠ ਪਣੇ ਤਨ ਰਾਖਤ ਹੇਤੂ। ਜਦੋਂ ਹੁਣ ਕੰਨਾਂ ਦੇ ਨਾਲ ਮਹਿਤਾ ਕਾਲੂ ਜੀ ਨੇ ਗੁਰੂ ਜੀ ਦੀਆਂ ਗੱਲਾਂ ਸੁਣੀਆਂ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਿਚਾਰ ਸੁਣੇ, ਤਾਂ ਕਹਿੰਦੇ ਮਨ ਦੇ ਵਿੱਚ ਬਹੁਤ ਰੋਸ ਆਇਆ। ਮਨ ਦੇ ਵਿੱਚ ਬਹੁਤ ਰੋਸ ਕੀਤਾ, ਮਨ ਦੇ ਵਿੱਚ ਹੁਣ ਗੁੱਸੇ ਦੀ ਬਿਰਤੀ ਪੈਦਾ ਹੋ ਗਈ, ਮਨ ਦੇ ਵਿੱਚ ਕ੍ਰੋਧ ਆ ਗਿਆ ਹੈ। ਜਬ ਕੋ ਜਨਮਿਓ ਨਾ ਤੋਇਓ ਸੁਖ ਤੈ ਨਿਤ ਬਾਤ ਗਵਾਏ ਬਿਤੰਗ ਦੁਖ ਦੇਤੂ। ਤੇ ਮਨ ਦੇ ਵਿੱਚ ਜਿੱਥੇ ਗੁੱਸਾ ਪੈਦਾ ਹੋਇਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ, ਤੇ ਹੁਣ ਆਪਣੇ ਬਚਨ ਕਰਦੇ ਨੇ ਮਹਿਤਾ ਕਾਲੂ ਜੀ, ਕਠੋਰ ਬਚਨ ਆਖਦੇ ਨੇ ਆਪਣੇ ਪੁੱਤਰ ਨੂੰ। ਕਹਿੰਦੇ ਜਦੋਂ ਤੂੰ ਜਨਮ ਲਿਆ ਨਾ, ਤੈਨੂੰ ਧਨ ਜੋੜਨ ਦੇ ਬਾਰੇ ਇੱਕ ਪਲ ਦਾ ਵੀ ਗਿਆਨ ਨਹੀਂ, ਤੂੰ ਇੱਕ ਖਿਣ ਲਈ ਇੱਕ ਕੋਡੀ ਵੀ ਨਹੀਂ ਜੋੜੀ। ਜਦੋਂ ਤੂੰ ਜਨਮ ਲਿਆ ਹੈ ਉਦੋਂ ਦਾ ਸਾਨੂੰ ਤੂੰ ਦੁੱਖ ਹੀ ਦੇ ਰਿਹਾ ਹੈ, ਅੱਜ ਤੱਕ ਤਾਂ ਸਾਨੂੰ ਕੋਈ ਵੀ ਸੁੱਖ ਪ੍ਰਦਾਨ ਨਹੀਂ ਕੀਤਾ। ਇੱਕ ਹੋਤ ਸਬੂਤ ਕਮਾਵਤ ਹੈ ਧਨ ਪਾਵਤ ਸੋ ਜਸ ਆਨਨ ਕੇਤੂ। ਕਹਿੰਦੇ ਅੱਜ ਤੱਕ ਤੁਸੀਂ ਤਾਂ ਧਨ ਘਰ ਦੇ ਵਿੱਚੋਂ ਪ੍ਰਾਪਤ ਹੀ ਕੀਤਾ, ਸਾਡੇ ਕੋਲੋਂ ਧਨ ਬਹੁਤ ਵਾਰੀ ਲਿਆ, ਪਰ ਘਰ ਦੇ ਵਿੱਚ ਇੱਕ ਕੌਡੀ ਵੀ ਨਹੀਂ ਤੁਸੀਂ ਦਿੱਤੀ, ਤੇ ਸਗੋਂ ਜਿਹੜਾ ਧਨ ਤੁਸੀਂ ਸਾਡੇ ਕੋਲੋਂ ਪ੍ਰਾਪਤ ਕੀਤਾ ਸੀ ਉਹ ਵੀ ਗਵਾਇਆ। ਤੇ ਨਾਲ ਹੀ ਆਖਦੇ ਨੇ ਕਹਿੰਦੇ ਇੱਕ ਹੋਤ ਸਪੂਤ ਕਮਾਵਤ ਹੈ ਧਨ। ਕਹਿੰਦੇ ਇੱਕ ਉਹ ਪੁੱਤਰ ਨੇ, ਆਪਣੇ ਮਾਪਿਆਂ ਦੇ ਆਗਿਆਕਾਰੀ ਪੁੱਤਰ ਹੁੰਦੇ ਨੇ ਜਿਹੜੇ ਘਰ ਦਾ ਸਾਰਾ ਕੰਮ ਕਾਜ ਸੰਭਾਲਦੇ ਨੇ, ਘਰਦਿਆਂ ਦੀ ਹਾਲਤ ਦੇਖ ਕੇ ਆਰਥਿਕ ਤੌਰ ਦੇ ਉੱਤੇ ਮਦਦ ਕਰਦੇ ਨੇ, ਧਨ ਕਮਾਉਂਦੇ ਨੇ, ਤੇ ਨਾਲ ਹੀ ਨਾਲ ਕਹਿੰਦੇ ਧਨ ਕਮਾ ਕੇ ਫਿਰ ਉਹਨੂੰ ਜੋੜ ਕੇ ਸੰਭਾਲ ਕੇ ਰੱਖਦੇ ਨੇ। ਤੇ ਇਸੇ ਤਰ੍ਹਾਂ ਜਿਹੜੇ ਪੁੱਤਰ ਆਗਿਆਕਾਰੀ ਹੋ ਕੇ ਘਰਦਿਆਂ ਦੀ ਮਦਦ ਕਰਦੇ ਨੇ, ਘਰਦਿਆਂ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਹਾਇਤਾ ਕਰਦੇ ਨੇ, ਘਰ ਦਾ ਪਰਿਵਾਰ ਚਲਾਉਣ ਦੇ ਲਈ ਵਧੀਆ ਕੰਮ ਕਾਜ ਕਰਦੇ ਨੇ, ਵਧੀਆ ਰੁਜ਼ਗਾਰ ਕਰਦੇ ਨੇ। ਕਹਿੰਦੇ ਇਹੋ ਜਿਹੇ ਬੱਚਿਆਂ ਦੀ ਫਿਰ ਜਗਤ ਦੇ ਅੰਦਰ ਸ਼ੋਭਾ ਹੁੰਦੀ ਹੈ, ਉਹ ਵਡਿਆਈਆਂ ਪ੍ਰਾਪਤ ਕਰਦੇ ਨੇ। ਸੁਧ ਮੂਲ ਨਾ ਭੂਲ ਕਰੀ ਕਬਹੂ ਮੁਝ ਤੇ ਪ੍ਰਤਕੂਲ ਰਹਿਓ ਅਨਚੇਤੂ। ਸੁਧ ਮੂਲ ਨਾ ਭੂਲ ਕਰੀ, ਕਹਿੰਦੇ ਜਦੋਂ ਤੋਂ ਤੁਸੀਂ ਜਨਮ ਲਿਆ ਤੁਹਾਡੇ ਅੰਦਰ ਕਹਿੰਦੇ ਸੋਝੀ ਨਹੀਂ ਆਈ ਹੁਣ ਤੱਕ, ਤੁਹਾਨੂੰ ਕਹਿੰਦੇ ਇਸ ਗੱਲ ਦਾ ਗਿਆਨ ਹੀ ਨਹੀਂ ਹੈ ਵੀ ਤੁਸੀਂ ਧਨ ਕਿਸ ਤਰ੍ਹਾਂ ਜੋੜਨਾ ਹੈ। ਕਹਿੰਦੇ ਸਗੋਂ ਜੋ ਕੁਝ ਵੀ ਮੈਂ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਸੀ
जो कुछ भी तुहानूं समझाउण दा यतन कीता मेहता कालू जी आखदे ने, कहंदे अज तक तुसीं उस दे उल्ट ही अपना जीवन निर्वाह कीता, उस दे उल्ट ही तुसीं चलण दा यतन कीता है। काल बेसाल बित्यो कृत मोदी मैं एक विराट का भी ना खटाई। कहंदे तुहानूं मोदी खाने दे विच काम करदे काफ़ी समा बीत गया, हुण तक तां बहुत समा हो गया तुहानूं मोदी खाने दी कार करदिआं, पर कहंदे तुसीं एक कोडी भी खट के नहीं दित्ती, एक धेले जिन्नी भी कमाई तुसीं इस मोदी खाने दे विचों नहीं कीती है। मोस क्यों बहु रोस तवै टिग तू ही रहै तन दीन गवाई। हुण भाई बाला जी जिहड़े धन गुरु अंगद साहिब जी महाराज जी नूं कथा सुणाउंदे ने, आखदे ने, कहंदे फिर मेहता कालू जी ने मैनूं भी गुस्से दे विच कुछ वचन आखे ने ते आखिया, कहंदे तू ही इहदे नाल रहिंदा सी, तैनूं इहदे नाल भेजिया सी भी तू इस दा ख्याल रखना, जेकर ये किसी गलत राह दे उत्ते चले इहनूं समझाउणा। ते नाल ही नाल जिहड़ा हुण पिता जी दे मन दे विच गुस्सा है, मेहता कालू जी दे मन दे विच रोस पैदा हो गया, ते फिर वो हुण भाई बाला जी नूं भी आखदे ने, कहंदे तुसीं इहदे नाल रहिंदे सी, तुसीं भी पूरे दोषी हो, तुसीं भी बराबर दे दोषी हो। कहंदे तुसीं इन्हां नूं धन जोड़न दे बाबत नहीं समझाया, सगों नाल रल के जिन्नी भी कमाई कीती सारे दा सारा धन तुसीं दोनां ने रल के गवाउणा कीता है। बारज लोचन पंक बिलोक मुझे पर जाने पहुए दिखाई। कहंदे जदों हुण भाई बाला जी आखदे ने कि जदों मेहता कालू जी सानूं दोनां नूं झिड़क रहे सन, जदों उन्हां ने मैनूं ताड़ना कीती भी तू इहदे नाल रहिंदा सी भाई, वे तू नहीं क्यों समझाया। ते हुण कहंदे धन गुरु नानक साहिब जी महाराज जी ने मैनूं अखां दे नाल इशारा कीता है, मैनूं समझाउण दा यतन कीता अपनी अखां दे इशारे दे नाल भी पिता जी दे सन्मुख कुਝ नहीं बोलना, साडे तो वडेरे ने, जो कुछ भी कहंदे ने चुपचाप उन्हां दी गल नूं सुनना है ते किसी भी गल दे उत्ते किंतु परंतु नहीं करना, चुप करना है। ते कहंदे मैनूं इस करके हुण धन गुरु नानक साहिब जी महाराज जी ने भी अपनी अखां दे नाल इशारा करके मैनूं वरजिया है। खीज हृदय दूर बैन पणे बहु दूषण होए रहे जग साई। बाबा कालू जी कहंदे बड़े तरीके दे नाल झिड़क रहे ने, बहुत मन दे विच रोस है, गुस्सा है, क्रोध है, अनेका तरह के वचन करते ने, ते कहंदे पर जगत के मालक धन गुरु नानक साहिब जी महाराज कुछ भी नहीं बोलते, सगों चुप करके अपने प्यो दियां झिड़कां सहंदे ने। दोहरा जो खोयो मम धाम ते देवो अबे कमाए, हो आयो लेवन कशू दीनो सबह गवाए। मेहता कालू जी गुस्से दे विच इह भी वचन कर दिंदे ने, कहंदे बचपन तो लैके घर दे कदे बर्तन लैके बाहर छड्ड आंदे सी, कदे घर दे विच जिहड़े असीं गहणे तुहानूं दित्ते सी कदे ओह बाहर सुੱਟ आउंदे सी, कदे अपने तन दे उत्तों वस्त्र ला के किसी नूं दे आउंदे सी। कहंदे हुण तुसीं कमाण लग पए हो, जिन्ना भी धन तुसीं गवाया है, जिन्ना भी घर दा नुकसान कीता है ना, वो सारे दे सारे नुकसान दी हुण तुसीं भरपाई करनी, तुसीं कमाण लग पए हो। जो कुछ भी तुसीं गवाया है हुण दुबारा तो वो चीज़ां बनाणीਆਂ पैणगीਆਂ। कहंदे इसे करके मैं तलवंडी तो चल के सुल्तानपुर तुहाडे कोल आया हाँ कि मैं कुछ तुहाडे कोलों धन जिहड़ा तुसीं जोड़िया है वो लैके जावांगा। बैस तुरन इसकी भई समझ न आई कोए, पाशल जैसी मत रही हान लाभ समदोए। ते फिर मेहता कालू जी आखदे ने, कहंदे हुण तां तुहाडी उमर भी बहुत वड्डी हो गई, तुसीं जवानी दे विच आ गए हो, तुहाडी उमर भी वड्डी हो गई, पर कहंदे तुहाडीआं आदतां जिहड़ियां ने वो बचपन वालियां ने, तुसीं दयालू सुभाਅ अपने अंदर धारण कीता है। इसे तरह तुसीं लुटाउंदे फिरदे हो अज तक, जो कुछ भी तुसीं जोड़िया है ना, जो कुछ भी तुहानूं प्राप्त होया वो तुसीं वंडना ही सिੱਖਿਆ है, अपने लिए नहीं जोड़ते। ते इसे करके कहंदे जवानी दे विच भी आ गए हो, कहंदे पर तुहानूं इस गल दी हजे तक समझ नहीं आई, जिहड़ी मत तुसीं बचपन दे विच धारण कीती सी उसे मत दे अनुसार अपना जीवन निर्वाह कर रहे हो। कहंदे तुहानूं इह नहीं पता भी किहड़ी चीज़ दे नाल तुहानूं नुकसान होना ते किहड़ी चीज़ तुहाडे लई लाभदायक है। तुसीं कहंदे हानि ते लाभ नूं बराबर ही समझदे हो, तुहानूं कुछ भी नहीं पता।
ਜੋ ਕੁਝ ਵੀ ਤੁਹਾਨੂੰ ਪ੍ਰਾਪਤ ਹੁੰਦਾ ਹੈ ਤੁਸੀਂ ਉਹੀ ਜਗਤ ਦੇ ਉੱਤੇ ਲੁਟਾਉਂਦੇ ਫਿਰਦੇ ਹੋ। ਸਵਿਆ ਧਾਮ ਕੋ ਨਾਹਿ ਸੰਦੇ ਕੋ, ਧਨ ਖੋਬਤ ਖਾਬਤ ਏਕ ਸੀ ਜੋਰੀ। ਕਹਿੰਦੇ ਤੁਹਾਨੂੰ ਧਨ ਕਮਾਉਣ ਦੀ ਕੋਈ ਫਿਕਰ ਨਹੀਂ, ਤੁਹਾਨੂੰ ਫਿਕਰ ਹੀ ਨਹੀਂ ਵੀ ਘਰ ਦੇ ਵਾਸਤੇ ਆਪਣੇ ਪਰਿਵਾਰ ਦੇ ਵਾਸਤੇ ਮੈਂ ਧਨ ਕਮਾ ਲਵਾਂ, ਧਨ ਜੋੜ ਲਵਾਂ। ਤੇ ਪਰ ਕਹਿੰਦੇ ਆਖਦੇ ਨੇ ਧਨ ਖੋਬਤ ਖਾਬਤ ਏਕ ਸੀ ਜੋਰੀ। ਤੁਹਾਡੀ ਕਹਿੰਦੇ ਦੋਵਾਂ ਦੀ ਜੋੜੀ ਇੱਕੋ ਜਿਹੀ ਹੈ। ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਭਾਈ ਬਾਲਾ ਜੀ ਕਹਿੰਦੇ ਤੁਸੀਂ ਦੋਨੋਂ ਇੱਕੋ ਜਿਹੇ ਹੋ। ਤੁਸੀਂ ਧਨ ਜੋੜਨ ਬਾਰੇ ਤਾਂ ਕੀ ਸੋਚਣਾ ਸੀ, ਸਗੋਂ ਰਲ ਮਿਲ ਕੇ ਧਨ ਕਮਾ ਕੇ ਜੋ ਕੁਝ ਵੀ ਲਿਆਂਦਾ ਜਾਂ ਤਾਂ ਉਹ ਉਡਾ ਰਹੇ ਹੋ, ਜਾਂ ਉਹਦਾ ਕੁਝ ਖਾ ਰਹੇ ਹੋ, ਜਾਂ ਉਹਨੂੰ ਗਵਾ ਰਹੇ ਹੋ। ਇਸੇ ਕਰਕੇ ਕਹਿੰਦੇ ਤੁਸੀਂ ਇੱਕ ਪਲ ਦੇ ਲਈ ਵੀ, ਇੱਕ ਪੈਸਾ ਵੀ ਜੋੜਨ ਦੇ ਲਈ ਦੋਨਾਂ ਨੇ ਕੋਈ ਯਤਨ ਨਹੀਂ ਕੀਤਾ। ਦੁਜੋ ਜੋ ਇਹ ਪਲੋ ਸਮਝਾਵਤ ਹੈ, ਨਾ ਗਮੀ ਧਨ ਕੀ ਮਨ ਥੋਰੀ। ਤੇ ਕਹਿੰਦੇ ਦੂਸਰਾ ਜੇ ਸਮਝਾਉਣ ਨਾਲ ਕੋਈ ਭਲਾ ਹੁੰਦਾ ਹੋਵੇ ਤਾਂ ਕਹਿੰਦੇ ਇਹਨੂੰ ਸਮਝਾਉਣਾ ਚਾਹੀਦਾ ਹੈ। ਸਮਾਜ ਦੇ ਵਿੱਚ ਜੇਕਰ ਸਾਡੇ ਕਹਿਣ ਦੇ ਨਾਲ ਕਿਸੇ ਦਾ ਭਲਾ ਹੋ ਜਾਵੇ ਨਾ, ਕਿਸੇ ਦਾ ਧੀ ਪੁੱਤਰ ਕਿਸੇ ਗਲਤ ਰਾਹ ਉੱਤੇ ਜਾਣ ਤੋਂ ਰੁਕ ਜਾਵੇ, ਤਾਂ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੀ ਹੁੰਦੀ ਹੈ। ਕਿਸੇ ਦੇ ਧੀ ਪੁੱਤਰ ਨੂੰ ਗਲਤ ਰਾਹ ਉੱਤੇ ਪੈਣ ਤੋਂ ਰੋਕਣਾ। ਤੇ ਹੁਣ ਮਹਿਤਾ ਕਾਲੂ ਜੀ ਭਾਈ ਬਾਲਾ ਜੀ ਨੂੰ ਆਖਦੇ ਨੇ, ਕਹਿੰਦੇ ਵੀ ਤੁਹਾਡਾ ਫਰਜ਼ ਬਣਦਾ ਸੀ ਵੀ ਤੁਸੀਂ ਇਹਨਾਂ ਨੂੰ ਰੋਕ ਸਕਦੇ, ਇਹਨਾਂ ਨੂੰ ਸਮਝਾਉਂਦੇ, ਤੁਹਾਡੇ ਲਈ ਇਹ ਵੀ ਬਹੁਤ ਵੱਡਾ ਪਰ ਉਪਕਾਰ ਹੋਣਾ ਸੀ, ਇਹਨਾਂ ਨੂੰ ਸਮਝਾਉਂਦੇ। ਪਰ ਕਹਿੰਦੇ ਤੁਸੀਂ ਦੋਨਾਂ ਨੇ ਧਨ ਕਮਾਉਣ ਦੇ ਲਈ ਜਿਹੜੀ ਫਿਕਰ ਹੈ ਉਹ ਛੱਡ ਹੀ ਦਿੱਤੀ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਆਪਣੇ ਘਰ ਦੀ ਚਿੰਤਾ ਨਹੀਂ ਹੈ। ਜੋ ਮਤ ਬਾਨ ਹੁਤੋ ਕੋ ਮਾਨਵ ਕਾਰ, ਇਸੇ ਮਹਿਲੇ ਧਨ ਜੋਰੀ। ਕਹਿੰਦੇ ਜੇ ਕੋਈ ਬੁੱਧੀਮਾਨ ਮਨੁੱਖ ਹੋਵੇ ਨਾ ਤਾਂ ਤੁਹਾਨੂੰ ਸਮਝਾਉਣਾ ਕਰੇ। ਤੇ ਕਹਿੰਦੇ ਇਸੇ ਕੰਮ ਦੇ ਵਿੱਚ ਜਿਹੜਾ ਤੁਸੀਂ ਮੋਦੀ ਖਾਨੇ ਦਾ ਕੰਮ ਕਰਦੇ ਹੋ ਨਾ, ਜੇਕਰ ਕੋਈ ਸਿਆਣਾ ਮਨੁੱਖ ਇਸ ਅਹੁਦੇ ਤੇ ਆ ਕੇ ਬੈਠ ਜਾਂਦਾ, ਕਹਿੰਦੇ ਹੁਣ ਨੂੰ ਬਹੁਤ ਭੰਡਾਰ ਇਕੱਠੇ ਕਰ ਲੈਂਦਾ, ਬਹੁਤ ਧਨ ਇਕੱਠਾ ਕਰ ਲੈਣਾ ਸੀ ਉਹਨੇ। ਪਰ ਕਹਿੰਦੇ ਤੁਹਾਡੀ ਦੋਨਾਂ ਦੀ ਜੋੜੀ ਪਤਾ ਨਹੀਂ ਕਿਹੋ ਜਿਹੀ ਹੈ। ਤੁਸੀਂ ਇਕੱਠਾ ਤਾਂ ਕੀ ਕਰਨਾ ਸੀ, ਜਿਹੜਾ ਸਾਡੇ ਕੋਲੋਂ ਲੈ ਕੇ ਆਉਂਦੇ ਹੋ ਤੁਸੀਂ ਤਾਂ ਉਹ ਵੀ ਲੁਟਾ ਕੇ ਚਲੇ ਜਾਂਦੇ ਹੋ। ਹੋਏ ਬੇਹਾ ਤੱਕ ਆਖਰ ਚੇਤਬ, ਚਾਹੇਗਾ ਆਪ ਕਮਾਈ ਜੋ ਮੋਦੀ। ਤੇ ਫਿਰ ਆਖਦੇ ਨੇ, ਕਹਿੰਦੇ ਜਦੋਂ ਤੁਹਾਡਾ ਵਿਆਹ ਹੋਵੇਗਾ ਨਾ, ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਆਖਦੇ ਨੇ, ਉਮਰ ਹੁਣ ਵਿਆਹ ਵਾਲੀ ਵੀ ਹੋਗੀ, ਕਿਉਂਕਿ ਬੇਬੇ ਨਾਨਕੀ ਜੀ ਹੁਣੀ ਵੀ ਵਿਚਾਰ ਚਰਚਾ ਕਰਦੇ ਸਨ। ਇਸੇ ਕਰਕੇ ਹੁਣ ਮਹਿਤਾ ਕਾਲੂ ਜੀ ਦੇ ਕੋਲ ਜੈ ਰਾਮ ਜੀ ਜਾ ਕੇ ਕਹਿੰਦੇ ਨੇ ਵੀ ਆਪਣੇ ਪੁੱਤਰ ਦੇ ਵਾਸਤੇ ਵਿਆਹ ਦਾ ਪ੍ਰਬੰਧ ਕੀਤਾ ਜਾਵੇ, ਕੋਈ ਚੰਗਾ ਘਰ ਪਰਿਵਾਰ ਦੇ ਕੇ ਉਹਨਾਂ ਦਾ ਵਿਆਹ ਕੀਤਾ ਜਾਵੇ। ਹੁਣ ਉਹੀ ਪੱਖ ਮਹਿਤਾ ਕਾਲੂ ਜੀ ਰੱਖਦੇ ਨੇ, ਕਹਿੰਦੇ ਜਦੋਂ ਤੁਹਾਡਾ ਵਿਆਹ ਹੋਵੇਗਾ ਨਾ, ਤੁਸੀਂ ਧਨ ਤਾਂ ਕੋਈ ਜੋੜਿਆ ਨਹੀਂ, ਕਹਿੰਦੇ ਮੇਰੇ ਕੋਲੋਂ ਪੈਸੇ ਲੈ ਕੇ ਤੁਹਾਨੂੰ ਸਾਰਾ ਖਰਚ ਕਰਨਾ ਪਵੇਗਾ, ਮੇਰੀ ਕਮਾਈ ਦੇ ਨਾਲ ਹੀ ਸਾਰਾ ਖਰਚ ਹੋਵੇਗਾ। ਕਹਿੰਦੇ ਕਿਉਂਕਿ ਅੱਜ ਤੱਕ ਤੁਸੀਂ ਤਾਂ ਕੁਝ ਧਨ ਜੋੜਿਆ ਨਹੀਂ ਹੈ। हे सुत बैस जो पब पी अब शोर फजूली को हो सजाना। ਕਹਿੰਦੇ हे ਪੁੱਤਰ, ਕਹਿੰਦੇ ਤੂੰ ਜਵਾਨ ਹੋ ਗਿਆ, ਹੁਣ ਕਹਿੰਦੇ ਜਿਹੜੇ ਵਿਅਰਥ ਦੇ ਖਰਚੇ ਚੱਲਦੇ ਨੇ ਤੁਹਾਡੇ, ਜਿਹੜੇ ਫਜ਼ੂਲ ਖਰਚੇ ਨੇ ਉਹ ਛੱਡ ਦਿਓ, ਸਿਆਣੇ ਬਣੋ। ਹੁਣ ਇੱਕ ਪਿਓ ਆਪਣੇ ਪੁੱਤਰ ਨੂੰ ਵੀ ਸਮਝਾਉਂਦਾ ਹੈ, ਚਾਹੇ ਪਿਓ ਦੀਆਂ ਝਿੜਕਾਂ ਹੀ ਹੋਣ, ਚਾਹੇ ਪਿਓ ਗੁੱਸੇ ਦੇ ਵਿੱਚ ਹੋਵੇ, ਚਾਹੇ ਮਨ ਦੇ ਵਿੱਚ ਜਿੰਨੇ ਮਰਜ਼ੀ ਬਲਬਲੇ ਹੋਣ, ਪਰ ਬਾਪ ਦੀਆਂ ਝਿੜਕਾਂ ਦੇ ਪਿੱਛੇ ਵੀ ਪਿਓ ਦੇ ਵੱਲੋਂ ਆਪਣੇ ਪੁੱਤਰ ਦਾ ਭਲਾ ਹੀ ਛੁਪਿਆ ਹੁੰਦਾ। ਆਪਣੇ ਬੱਚਿਆਂ ਦਾ ਭਲਾ ਹੀ ਲੋਚਦੇ ਨੇ ਮਾਂ-ਬਾਪ। ਕੁਝ ਸਮੇਂ ਦੇ ਲਈ ਸਾਨੂੰ ਗਲਤ ਲੱਗਦੇ ਨੇ, ਪਰ ਸਮਾਂ ਪੈਣ ਤੇ ਜਦੋਂ ਅਸੀਂ ਉਹ ਅਵਸਥਾ ਤੇ ਪਹੁੰਚਦੇ ਨੇ, ਜਦ ਸਾਡਾ ਉਹ ਉਮਰ ਦਾ ਪੜਾਅ ਆਉਂਦਾ, ਤਾਂ ਅਸੀਂ ਸਹਿਜ ਸੁਭਾਏ ਸਮਝ ਜਾਂਦਾ ਵੀ ਹਾਂ ਭਾਈ ਕਿਸੇ ਸਮੇਂ ਦੇ ਵਿੱਚ ਸਾਡੇ ਮਾਂ-ਬਾਪ ਨੇ ਜੋ ਗੱਲਾਂ ਕਹੀਆਂ ਸੀ, ਸਾਨੂੰ ਹੁਣ ਪਤਾ ਲੱਗ ਰਿਹਾ ਵੀ ਉਹ ਗੱਲਾਂ ਠੀਕ ਸਨ। ਇਸੇ ਕਰਕੇ ਹੁਣ ਪਿਆਰ ਦੇ ਨਾਲ ਨਾਲ ਥੋੜਾ ਥੋੜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਹਿਤਾ ਕਾਲੂ ਜੀ ਸਮਝਾਉਣਾ ਕਰਦੇ ਨੇ। ਪਾਸ਼ਲ ਰੀਤ ਹੋਇ ਵਿਪਰੀਤ, ਕਰੋ ਧਨ ਸੰਚਨ ਜੋ ਮਤ ਬਾਨਾ। ਤੇ ਕਹਿੰਦੇ ਜੋ ਤੁਹਾਡੀ ਪਿਛਲੀ ਰੀਤ ਸੀ, ਭਾਵ ਜੋ ਤੁਹਾਡੀ ਪਿਛਲੀ ਵਿਚਾਰ ਸੀ, ਕਹਿੰਦੇ ਉਹਨੂੰ ਹੁਣ ਤਿਆਗ ਦਿਓ। ਹੁਣ ਜ਼ੋਰ ਦਿਓ ਵੀ ਤੁਸੀਂ ਹੁਣ ਧਨ ਇਕੱਠਾ ਕਰਨਾ ਹੈ, ਸਿਆਣੇ ਬਣੋ, ਬੁੱਧੀਮਾਨ ਬਣੋ। ਕਹਿੰਦੇ ਬੁੱਧੀਮਾਨ ਬਣ ਕੇ ਤੁਸੀਂ ਦੁਨਿਆਵੀ ਧਨ ਇਕੱਠਾ ਕਰੋ। ਜੇ ਮੁਝ ਤੇਨੇ ਕੋ ਨਾਹੇ ਚੋ ਮਨ ਪੂੰਜੀ ਨਿਰਾਲੀ ਰੱਖੋ ਨਿਜ ਥਾਨਾ। ਕਹਿੰਦੇ ਜੇਕਰ ਤੁਹਾਡਾ ਮਨ ਇਹ ਚਾਹੁੰਦਾ ਹੈ ਨਾ ਵੀ ਮੈਂ ਆਪਣੇ ਪਿਓ ਨੂੰ ਕੋਈ ਵੀ ਧਨ ਨਹੀਂ ਦੇਣਾ, 1 ਰੁਪਈਆ ਤੱਕ ਨਹੀਂ ਦੇਣਾ, ਕਹਿੰਦੇ ਨਾ ਦਿਓ, ਪਰ ਤੁਸੀਂ ਆਪਣੇ ਕੋਲ ਆਪਣੇ ਨਿੱਜੀ ਖਾਤੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੂੰਜੀ ਵੱਖਰੀ ਰੱਖੋ।
ਉਹ ਜਮਾ ਰਾਸ਼ੀ ਵੱਖਰੀ ਰੱਖੋ, ਲੋੜ ਪੈਣ ਦੇ ਉੱਤੇ ਉਸ ਦੀ ਵਰਤੋਂ ਕਰੋਗੇ। ਹੈ ਕਰ ਕਾਰਜ ਨਾਨਾ ਪ੍ਰਕਾਰ ਕੇ ਕਿਉਂ ਨਿਭ ਹੈ ਤਨਹੀਨ ਜੇ ਪਾਨਾ। ਕਹਿੰਦੇ ਘਰ ਦੇ ਵਿੱਚ ਕਈ ਤਰ੍ਹਾਂ ਦੇ ਖਰਚ ਆ ਜਾਂਦੇ ਨੇ, 100 ਵਾਰੀ ਦਵਾ ਦੀ ਲੋੜ ਪੈਂਦੀ, ਕੋਈ ਢਿੱਲਾ ਮਸਲਾ ਹੋ ਜਾਵੇ, ਘਰ ਦੇ ਵਿੱਚ ਅਨੇਕਾਂ ਖਰਚੇ ਆਉਂਦੇ ਜਾਂਦੇ ਰਹਿੰਦੇ ਨੇ। ਕਹਿੰਦੇ ਜੇਕਰ ਤੁਸੀਂ ਆਪਣੇ ਕੋਲ ਧਨ ਇਕੱਠਾ ਕੀਤਾ ਹੋਵੇਗਾ ਨਾ, ਤਾਂ ਔਖੇ ਸਮੇਂ ਸਾਨੂੰ ਕੋਈ ਵੀ ਕਿਸੇ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਪਵੇਗੀ। ਜੇਕਰ ਸਾਡੇ ਕੋਲ ਧਨ ਹੋਵੇਗਾ ਤਾਂ ਅਸੀਂ ਉਸ ਧਨ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਦਾ ਨਿਰਵਾਹ ਚੰਗੇ ਤਰੀਕੇ ਦੇ ਨਾਲ ਕਰ ਲਵਾਂਗੇ। ਦੋਹਰਾ ਧਨ ਸੰਚਨ ਕੇ ਅਨਕ ਗੁਣ ਵਰਣਨ ਕਰੇ ਸੁਨਾਏ। ਬਹੁ ਬਿਦ ਬੁੱਧ ਸਮਝਾਵਈ ਰੋਸ ਨੇ ਮਨ ਲਿਆਏ। ਤੇ ਇਸੇ ਤਰ੍ਹਾਂ ਕਹਿੰਦੇ ਫਿਰ ਮਹਿਤਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਧਨ ਜੋੜਨ ਦੇ ਵਾਸਤੇ ਅਨੇਕਾਂ ਗੁਣਾਂ ਦਾ ਵਰਣਨ ਕੀਤਾ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਧਨ ਇਕੱਠਾ ਕਰ ਸਕਦੇ ਹੋ, ਕਿਸ ਤਰ੍ਹਾਂ ਧਨ ਦੀ ਸੰਭਾਲ ਕਰ ਸਕਦੇ ਹੋ। ਵੱਖ-ਵੱਖ ਤਰੀਕਿਆਂ ਦੇ ਨਾਲ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਤੇ ਭਾਈ ਬਾਲਾ ਜੀ ਨੂੰ ਸਮਝਾਉਣਾ ਕਰਦੇ ਨੇ। ਤੇ ਫਿਰ ਕਹਿੰਦੇ ਨੇ ਬਹੁ ਵਿਦ ਬੁੱਧ ਸਮਝਾਵਈ ਰੋਸ ਨੇ ਮਨ ਲਿਆਏ। ਤੇ ਮਨ ਦੇ ਵਿੱਚ ਕਹਿੰਦੇ ਫਿਰ ਬੜਾ ਪਿਆਰ ਤੇ ਸਨੇਹ ਭਰ ਕੇ ਉਹਨਾਂ ਨੇ ਕਈ ਤਰੀਕਿਆਂ ਦੇ ਨਾਲ ਸਮਝਾਉਣਾ ਕੀਤਾ ਹੈ। ਸੋਰਠਾ ਬੋਹਰ ਦਿਲਾਸਾ ਦੀਨ ਕਰ ਦੁਲਾਰ ਜਤਨ ਜਸੋ। ਧਾਮ ਪਿਆ ਨਾ ਕੀਨ ਜਹਾਂ ਹੁਤੋ ਜੈ ਰਾਮ ਕੋ। ਤੇ ਕਹਿੰਦੇ ਫਿਰ ਆਪਣੇ ਪੁੱਤਰ ਨੂੰ ਦਿਲਾਸਾ ਦਿੱਤਾ, ਆਪਣੇ ਪੁੱਤਰ ਨੂੰ ਪਿਆਰ ਬਖਸ਼ਿਸ਼ ਕੀਤਾ ਮਹਿਤਾ ਕਾਲੂ ਜੀ ਨੇ। ਤੇ ਲਾਡ ਪਿਆਰ ਕਰਨ ਤੋਂ ਬਾਅਦ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਵਿਦਾ ਲੈਂਦੇ ਹੋਏ ਕਹਿੰਦੇ ਜੈ ਰਾਮ ਜੀ ਦੇ ਘਰ ਵੱਲ ਹੁਣ ਚਾਲੇ ਪਾਉਂਦੇ ਨੇ। ਇੱਥੇ 17ਵੇਂ ਅਧਿਆਏ ਦੇ ਪ੍ਰਸੰਗ ਦੀ ਸਮਾਪਤੀ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਅਧਿਆਏ 18ਵੇਂ ਦਾ ਪ੍ਰਸੰਗ ਅਸੀਂ ਆਰੰਭ ਕਰਾਂਗੇ, ਜਿਸ ਦਾ ਸਿਰਲੇਖ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਮੋਦੀਖਾਨਾ ਸੀ, ਉਸ ਮੋਦੀਖਾਨੇ ਦਾ ਜੋ ਲੇਖਾ ਕੀਤਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲ ਵਧੀ ਹੋਈ ਰਕਮ ਦੀ ਜੋ ਰਾਸ਼ੀ ਸੀ, ਤੇ ਉਸ ਦੇ ਬਾਬਤ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਵਿਚਾਰ ਕਰਾਂਗੇ। ਵਿਚਾਰਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।